ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਆਪਣੇ ਸਾਰੇ ਕੰਮ ਘਰ ਦੇ ਕਿੱਦਾਂ ਕਰਦੀ ਹਾਂ। ਦੇਖੋ ਮੌਸਮ ਕਿੰਨਾ ਸੋਹਣਾ ਹੋਇਆ ਹੈ। ਮੈਂ ਸੋਚਿਆ ਪਹਿਲਾਂ ਤੁਹਾਨੂੰ ਦਿਖਾ ਦਾਂ। ਬੱਚੇ ਵੀ ਖੇਡ ਰਹੇ ਨੇ ਬਾਹਰ। ਤੇ ਅਸੀਂ ਆਪਣੀ ਰੂਟੀਨ ਦੀ ਲਿਸਟ ਜਿਹੜੀ ਆ ਉਹ ਤਿਆਰ ਕਰ ਲਈਏ। ਅਸੀਂ ਬਹੁਤ ਸਾਰਾ ਫ੍ਰੀ ਟਾਈਮ ਕੱਢ ਸਕਦੇ ਹਾਂ। ਮੈਨੂੰ ਬਹੁਤ ਜ਼ਿਆਦਾ ਮੇਰੇ ਕੰਮ ਹੁੰਦੇ ਨੇ, ਮੈਂ ਬਹੁਤ ਜ਼ਿਆਦਾ ਬਿਜ਼ੀ ਹੁੰਦੀ ਹਾਂ ਦਿਨ 'ਚ। ਜੇ ਮੈਂ ਲਿਸਟ ਨਾ ਬਣਾਵਾਂ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੀ ਕਰਨਾ, ਮੈਨੂੰ ਕੁਛ ਸਮਝ ਨਹੀਂ ਲੱਗਦੀ ਅਤੇ ਖਿਝ ਵੱਖਰੀ ਚੜ੍ਹਦੀ ਏ। ਜਦੋਂ ਇੰਨੇ ਕੰਮ ਇਕੱਠੇ ਹੀ ਆ ਜਾਂਦੇ ਬਹੁਤ ਜ਼ਿਆਦਾ ਖਿਝ ਚੜ੍ਹਦੀ ਹੈ। ਇਸ ਲਈ ਮੈਂ ਲਿਸਟ ਬਣਾ ਕੇ ਰੱਖਦੀ ਹਾਂ ਆਪਣੀ। ਮੈਂ ਜਦੋਂ ਮੈਨੂੰ ਜ਼ਰੂਰਤ ਲੱਗੇ, ਵੈਸੇ ਤਾਂ ਮੈਂ ਇੱਕ ਦਿਨ ਲਿਸਟ ਬਣਾਵਾਂ ਤਾਂ ਕਾਫੀ ਦਿਨ ਚੱਲ ਜਾਂਦੀ ਹੈ, ਪਰ ਇਹ ਹੈ ਕਿ ਜਦੋਂ ਕੋਈ ਕੰਮ ਹੋ ਜਾਂਦਾ ਵਾ, ਜਿੱਦਾਂ ਛੁੱਟੀ ਹੋਣੀ ਹੋਵੇ, ਉਹ ਲੇਟ ਹੋ ਜਾਂਦੀ ਆ, ਜਾਂ ਉਹਦਾ ਛੇਤੀ ਟਾਈਮ ਹੋ ਜਾਂਦਾ, ਜਾਂ ਉਹਦੇ ਐਗਜ਼ਾਮਸ ਆ ਜਾਂਦੇ, ਉਸ ਹਿਸਾਬ ਨਾਲ ਮੈਨੂੰ ਲਿਸਟ ਦਾ ਕੰਮ ਚੇਂਜ ਕਰਨਾ ਪੈਂਦਾ। ਜਿੱਦਾਂ ਹੁਣ ਮੈਂ YouTube ਦਾ ਨਿਊ ਕੰਮ ਖੋਲ੍ਹਿਆ ਹੈ ਅਤੇ ਫਿਰ YouTube ਕਰਕੇ ਮੈਨੂੰ ਬਹੁਤ ਜ਼ਿਆਦਾ ਟਾਈਮ ਇਸ 'ਤੇ ਵੀ ਸਪੈਂਡ ਕਰਨਾ ਪੈਂਦਾ। ਇਸ ਲਈ ਮੈਂ ਲਿਸਟਿੰਗ ਤਾਂ ਮੈਂ ਪਹਿਲਾਂ ਬਹੁਤ ਦੇਰ ਤੋਂ ਕਰਦੀ ਆ ਰਹੀ ਹਾਂ, 4-5 ਸਾਲ ਹੋ ਗਏ ਨੇ ਲਿਸਟਿੰਗ ਮੈਂ ਕਰਦੀ ਹਾਂ। ਮੈਨੂੰ ਬਹੁਤ ਪਸੰਦ ਹੈ ਅਤੇ ਨਾਲੇ ਇਹ ਹੈ ਕਿ ਮੈਨੂੰ ਕਲੀਅਰ ਹੋ ਜਾਂਦਾ ਕਿਹੜੇ ਵੇਲੇ ਮੈਂ ਕਿਹੜਾ ਕੰਮ ਕਰਨਾ, ਕਿਹੜੇ ਵੇਲੇ ਕਿਹੜਾ ਕੰਮ ਕਰਨਾ, ਅਤੇ ਮੈਂ ਉੱਦਾਂ ਵੀ ਫ੍ਰੀ ਹੋ ਜਾਂਦੀ ਹਾਂ। ਮਤਲਬ ਕਿ ਮੈਨੂੰ ਫ੍ਰੀ ਟਾਈਮ ਮਿਲ ਜਾਂਦਾ, ਨਾ ਕੋਈ ਖਿਝ ਇੱਦਾਂ ਚੜ੍ਹਦੀ। ਅਤੇ ਇੱਦਾਂ ਹੀ ਤੁਸੀਂ ਵੀ ਲਿਸਟ ਬਣਾਓ। ਮੈਂ ਆਪਣਾ ਆਈਡੀਆ ਤੁਹਾਨੂੰ ਦੱਸਦੀ ਹਾਂ ਕਿ ਕਿੱਦਾਂ ਮੈਂ ਲਿਸਟ ਬਣਾਉਂਦੀ ਹਾਂ। ਬਾਕੀ ਜਿਹੜਾ ਮੇਰਾ ਉੱਠਣ ਦਾ ਟਾਈਮ ਹੈ ਉਹ ਡਿਪੈਂਡ ਕਰਦਾ ਵਾ ਮੇਰੇ ਹਸਬੈਂਡ ਦੇ ਆਉਣ 'ਤੇ। ਕਈ ਵਾਰੀ ਉਹ ਕੰਮ ਤੋਂ ਲੇਟ ਆਉਂਦੇ ਨੇ, 11-12 ਵੀ ਵੱਜ ਜਾਂਦੇ ਨੇ, ਅਤੇ ਫਿਰ ਮੈਂ ਜੇ 11-12 ਵੱਜ ਜਾਣ ਫਿਰ ਮੈਂ ਸਵੇਰੇ 5 ਵਜੇ ਜਾਂ 6 ਵਜੇ ਉੱਠਦੀ ਹਾਂ। ਜੇ ਮੈਂ 9 ਵਜੇ ਸੌਂ ਜਾਂਦੀ ਹਾਂ, ਜੇ ਕੰਮ ਤੋਂ ਟਾਈਮ ਨਾਲ ਆ ਜਾਂਦੇ ਨੇ 9 ਵਜੇ ਜਾਂ 10 ਵਜੇ ਤੱਕ ਮੈਂ ਸੌਂ ਜਾਂਦੀ ਹਾਂ, ਤਾਂ ਫਿਰ ਮੈਂ 3 ਵਜੇ ਉੱਠ ਜਾਂਦੀ ਹਾਂ। ਇਹ ਫਿਰ ਉਸ ਹਿਸਾਬ ਨਾਲ ਮੈਂ ਆਪਣੀ ਰੂਟੀਨ ਚੇਂਜ ਕਰ ਲੈਂਦੀ ਹਾਂ। ਉਸ ਹਿਸਾਬ ਨਾਲ ਮੈਂ ਉਹ ਕੰਮ ਸਕਿੱਪ ਕਰ ਦਿੰਦੀ ਹਾਂ ਜੋ ਮੇਰਾ ਉਸ ਟਾਈਮ ਵਿੱਚ ਨਹੀਂ ਹੋ ਸਕਿਆ। ਅਤੇ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਲਿਸਟ ਐਡਜਸਟ ਕਰ ਸਕਦੇ ਹੋ। ਮੈਂ ਹੁਣ ਤੁਹਾਨੂੰ ਦਿਖਾਉਂਦੀ ਹਾਂ ਕਿ ਮੈਂ ਕਿਵੇਂ ਆਪਣੀ ਲਿਸਟ ਬਣਾਉਂਦੀ। ਇਹ ਮੇਰਾ ਵੱਡਾ ਬੇਟਾ ਹੈ ਚੰਨਮੀਤ, ਇਹ 5.5 ਸਾਲ ਦਾ ਹੈ। ਅਤੇ ਇਹ ਮੇਰਾ ਛੋਟਾ ਬੇਟਾ ਹੈ ਗੁਰਸਾਹਿਬ, ਇਹ 1.5 ਸਾਲ ਦਾ ਹੈ। 3 ਤੋਂ 3:30 ਵਜੇ ਤੱਕ ਮੈਂ ਪਹਿਲਾਂ ਤਾਂ ਉੱਠਦੇ ਸਾਰੇ ਗੁਰਸਾਹਿਬ ਨੂੰ ਪਹਿਲਾਂ ਮਿਲਕ ਦਿੰਦੀ ਹਾਂ। ਹੁਣ ਮੈਂ ਉਹਨੂੰ ਗਲਾਸੀ 'ਤੇ ਲਿਆਉਣ ਲਈ ਬੋਟਲ ਨਾਲ ਮਿਲਕ ਪੀਂਦਾ ਵਾ, ਹੁਣ ਮੈਂ ਉਹਨੂੰ ਗਲਾਸੀ ਨਾਲ ਦਿੰਦੀ ਹਾਂ ਮਿਲਕ ਕਦੀ ਕਦੀ। ਪਰ ਹੁਣ ਥੋੜ੍ਹਾ ਬਿਮਾਰ ਹੋ ਗਿਆ ਸੀ, ਇਸ ਕਰਕੇ ਫਿਰ ਉਹਨੂੰ ਬੋਟਲ ਨਾਲ ਦੁੱਧ ਸ਼ੁਰੂ ਕਰਨਾ ਪਿਆ ਵਾ। ਅਤੇ ਕਿਸੇ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਮੈਂ ਬੋਟਲ ਦੀ ਕਿਵੇਂ ਹਾਈਜੀਨ ਰੱਖਦੀ ਹਾਂ, ਕਿਵੇਂ ਉਹਨੂੰ ਸਾਫ਼ ਸੁਥਰਾ ਰੱਖਦੀ ਹਾਂ ਬੋਟਲ ਨੂੰ। ਅਤੇ ਮਿਲਕ ਦੇ ਕੇ ਗੁਰਸਾਹਿਬ ਨੂੰ ਅਤੇ ਫਿਰ ਬਰੱਸ਼ ਕਰਕੇ, ਅਤੇ ਮੈਂ ਉਸ ਤੋਂ ਬਾਅਦ ਮੈਂ ਨਹਾ ਲੈਂਦੀ ਹਾਂ 3:30 ਵਜੇ ਤੱਕ। ਫਿਰ 3:30 ਤੋਂ 4 ਵਜੇ ਤੱਕ ਮੈਂ ਪਾਠ ਕਰਦੀ ਹਾਂ। ਪਾਠ ਕਰਕੇ ਫਿਰ ਉਸ ਤੋਂ ਬਾਅਦ 4 ਤੋਂ 5 ਵਜੇ ਤੱਕ ਮੈਂ YouTube ਦਾ ਕੰਮ ਕਰਦੀ ਹਾਂ। ਸਵੇਰੇ YouTube ਦਾ ਕੰਮ ਕਰੀਏ ਤਾਂ ਬਹੁਤ ਸਵੇਰੇ ਫਰੈਸ਼ ਜਿਹਾ ਹੁੰਦਾ ਮਾਇੰਡ, ਸਵੇਰੇ ਵਧੀਆ ਆਈਡੀਆਸ ਆ ਜਾਂਦੇ ਨੇ। ਇਸ ਲਈ ਮੈਂ ਸਵੇਰੇ YouTube ਦਾ ਕੰਮ ਕਰਦੀ ਹਾਂ। ਉਸ ਤੋਂ ਬਾਅਦ 5 ਤੋਂ 5:30 ਵਜੇ ਮੈਂ ਚਾਹ ਪੀਂਦੀ ਹਾਂ। ਫਿਰ 5:30 ਤੋਂ 6 ਵਜੇ ਤੱਕ ਚੰਨਮੀਤ ਨੂੰ ਪਾਠ ਕਰਵਾਉਂਦੀ ਹਾਂ। ਚੰਨਮੀਤ ਨੂੰ ਪਹਿਲਾਂ ਉਠਾ ਦਿੰਦੀ, ਉਹ ਬਰੱਸ਼ ਵਗੈਰਾ ਕਰ ਲੈਂਦਾ, ਅਤੇ 5:30 ਤੋਂ 6 ਵਜੇ ਤੱਕ ਮਤਲਬ 15-20 ਮਿੰਟ ਵਿੱਚ ਉਹਦਾ ਪਾਠ ਹੋ ਜਾਂਦਾ। ਅਤੇ ਉਹਨੂੰ ਪਾਠ ਕਰਵਾ ਕੇ ਫਿਰ ਮੈਂ ਅਤੇ ਮੰਮਾ ਚਲੇ ਜਾਂਦੇ ਹਾਂ ਧਾਰ ਕੱਢਣ। ਅਤੇ ਜੇ ਕਿਤੇ ਮੈਂ ਲੇਟ ਉੱਠਦੀ ਹਾਂ ਜਿੱਦਣ, ਉਦਣ ਫਿਰ ਮੰਮਾ ਇਕੱਲੇ ਧਾਰ ਕੱਢਣ ਚੱਲ ਜਾਂਦੇ ਨੇ, ਨਹੀਂ ਤਾਂ ਫਿਰ ਮੈਂ ਅਤੇ ਮੰਮਾ ਦੋਨੋਂ ਜਣੇ ਚੱਲ ਜਾਂਦੇ ਨੇ। ਉਸ ਤੋਂ ਬਾਅਦ 6:30 ਤੋਂ 7 ਵਜੇ ਤੱਕ ਚੰਨਮੀਤ ਦਾ ਮੈਂ ਟਿਫਨ ਰੈਡੀ ਕਰਦੀ ਹਾਂ, ਅਤੇ ਮੰਮਾ ਚੰਨਮੀਤ ਨੂੰ ਤਿਆਰ ਕਰਦੇ। ਮੰਮਾ ਵੀ ਬਹੁਤ ਹੈਲਪ ਕਰ ਦਿੰਦੇ ਨੇ ਲਾਗੋਂ। ਉਹ ਚੰਨਮੀਤ ਨੂੰ ਮੈਂ ਸਾਰਾ ਕੁਛ, ਚੰਨਮੀਤ ਦੀ ਯੂਨੀਫਾਰਮ ਵਗੈਰਾ ਫੜਾ ਦਿੰਦੀ ਹਾਂ, ਅਤੇ ਮੰਮਾ ਸਿਰ ਵਾਹ ਦਿੰਦੇ, ਉਹਨੂੰ ਤਿਆਰ ਕਰ ਦਿੰਦੇ ਨੇ, ਅਤੇ ਮੈਂ ਉਹਦਾ ਟਿਫਨ ਤਿਆਰ ਕਰ ਲੈਂਦੀ ਹਾਂ। ਟਿਫਨ ਦੀ ਵੀ ਮੈਂ ਉਹਦੀ ਮੈਨਿਊ ਬਣਾਈ ਹੋਈ ਆ ਕਿ ਕਿਹੜੇ ਦਿਨ ਉਹਨੂੰ ਕੀ ਦੇਣਾ ਵਾ ਟਿਫਨ ਵਿੱਚ, ਕਿਹੜੇ ਦਿਨ ਕੀ ਦੇਣਾ ਵਾ, ਉਹ ਵੀ ਤੁਹਾਨੂੰ ਮੈਂ ਦੱਸੂੰਗੀ। ਅਤੇ 7 ਤੋਂ 7:30 ਵਜੇ ਤੱਕ ਮੈਂ ਜਦੋਂ ਚੰਨਮੀਤ ਸਕੂਲ ਚੱਲ ਜਾਂਦਾ ਵਾ, ਫਿਰ ਮੈਂ ਗੁਰਸਾਹਿਬ ਦਾ ਟਾਈਮ ਰੱਖਿਆ ਵਾ। ਉਦੋਂ ਗੁਰਸਾਹਿਬ ਨੂੰ ਮੈਂ ਜਾਂ ਫਰੂਟ ਦਿੰਦੀ ਹਾਂ, ਜਾਂ ਦਹੀਂ ਦੇ ਦਿੰਦੀ ਹਾਂ, ਜਾਂ ਕੁਛ ਵੀ ਉਹਦਾ ਕਰਨਾ ਹੋਏ ਗੁਰਸਾਹਿਬ ਦਾ ਉਹ ਕਰਦੀ ਹਾਂ। ਅਤੇ ਜੇ ਮੈਨੂੰ ਚੰਨਮੀਤ ਨੂੰ ਮੈਨੂੰ ਛੱਡਣ ਜਾਣਾ ਪਵੇ, ਫਿਰ ਇਸ ਟਾਈਮ 'ਤੇ ਫਿਰ ਉਹਨੂੰ ਮੰਮਾ ਫੜ ਲੈਂਦੇ ਨੇ। ਅਤੇ ਜੇ ਮੇਰੇ ਹਸਬੈਂਡ ਘਰ ਹੋਣ, ਫਿਰ ਉਹ ਚੰਨਮੀਤ ਨੂੰ ਸਕੂਲ ਉਹ ਛੱਡਣ ਚੱਲ ਜਾਂਦੇ ਨੇ। ਫਿਰ 7:30 ਤੋਂ 8 ਵਜੇ ਤੱਕ ਮੈਂ ਕਲੀਨਿੰਗ ਕਰ ਲੈਂਦੀ, ਜਿੱਦਾਂ ਬੈੱਡ ਸ਼ੀਟਸ ਜਿਹੜੀਆਂ ਝਾੜ ਲੈਂਦੀ ਹਾਂ,
ਬਿਸਤਰੇ ਸਾਰੇ ਇਕੱਠੇ ਕਰ ਲੈਂਦੀ ਹਾਂ। ਜੋ ਵੀ ਖਿਲਾਰਾ ਬੱਚਿਆਂ ਨੇ ਖਿਡੌਣੇ ਵਗੈਰਾ ਸਭ ਖਿਲਾਰੇ ਹੋਣਾ ਸਾਰਾ ਕੁਝ ਕਲੀਨ ਕਰ ਲੈਂਦੀ ਹਾਂ ਘਰ ਨੂੰ। ਉਸ ਤੋਂ ਬਾਅਦ 8 ਤੋਂ 8:30 ਵਜੇ ਤੱਕ ਮੈਂ ਅੰਦਰ ਝਾੜੂ ਲਾ ਲੈਂਦੀ ਹਾਂ। ਫਿਰ 8:30 ਤੋਂ 9 ਵਜੇ ਤੱਕ ਮੈਂ ਬਰਤਨ ਸਾਫ਼ ਕਰ ਲੈਂਦੀ ਹਾਂ। ਜਦੋਂ ਮੈਂ ਬਰਤਨ ਸਾਫ਼ ਕਰਦੀ ਹਾਂ ਤੇ ਮੰਮਾ ਬਾਹਰ ਚੁੱਲ੍ਹੇ 'ਤੇ ਹੀ ਰੋਟੀ ਬਣਾ ਲੈਂਦੇ ਨੇ। ਉਹ ਸਬਜ਼ੀ ਵਗੈਰਾ ਉੱਥੇ ਹੀ ਬਣਾ ਲੈਂਦੇ ਨੇ ਚੁੱਲ੍ਹੇ 'ਤੇ, ਮੈਂ ਉਹਨਾਂ ਨੂੰ ਸਾਰਾ ਸਮਾਨ ਉੱਥੇ ਫੜਾ ਆਉਂਦੀ ਹਾਂ ਅਤੇ ਨਾਲ ਦੇ ਨਾਲ ਮੈਂ ਆਪਣੇ ਬਰਤਨ ਸਾਫ਼ ਕਰਦੀ ਰਹਿੰਦੀ ਹਾਂ। ਅਤੇ ਗੁਰਸਹਿਬ ਲਾਗੇ ਖੇਡਦਾ ਰਹਿੰਦਾ ਉਦੋਂ। ਫਿਰ 9 ਤੋਂ 10:30 ਵਜੇ ਤੱਕ ਮੈਂ ਇੱਕ ਕੰਮ ਕਰਦੀ, ਜਾਂ ਤਾਂ ਮੈਂ ਝਾੜੂ ਬਾਹਰ ਲਾਉਂਦੀ ਹਾਂ ਅਤੇ ਜਾਂ ਮੈਂ ਪੋਚਾ, ਮਤਲਬ ਕਿ ਇੱਕ ਦਿਨ ਮੈਂ ਝਾੜੂ ਲਾ ਲੈਂਦੀ ਹਾਂ, ਇੱਕ ਦਿਨ ਮੈਂ ਪੋਚਾ ਲਗਾ ਲੈਂਦੀ ਹਾਂ। ਅਤੇ ਜੇ ਮਤਲਬ ਝਾੜੂ ਸਾਫ਼ ਹੋਏ ਬਾਹਰ, ਫਿਰ ਮੈਂ ਪੋਚਾ ਲਗਾ ਲੈਂਦੀ ਹਾਂ। ਅਤੇ ਜੇ ਮੈਨੂੰ ਦੋਨੋਂ ਚੀਜ਼ਾਂ ਸਾਫ਼ ਲੱਗਣ ਤਾਂ ਫਿਰ ਮੈਂ ਇਹਨਾਂ ਨੂੰ ਸਕਿਪ ਕਰਕੇ ਇਹਦੀ ਜਗ੍ਹਾ 'ਤੇ ਕੋਈ ਹੋਰ ਕੰਮ ਕਰ ਲੈਂਦੀ ਹਾਂ। ਅਤੇ ਉਸ ਤੋਂ ਬਾਅਦ ਮੈਂ ਡਸਟਿੰਗ ਜੋ ਘੱਟਾ ਪਿਆ ਹੋਏ ਚੀਜ਼ਾਂ 'ਤੇ ਉਹ ਮੈਂ ਘੱਟਾ ਸਾਫ਼ ਕਰ ਲੈਂਦੀ ਹਾਂ। ਇਸ ਟਾਈਮ 'ਤੇ ਮੈਂ ਇਹਨਾਂ ਨੂੰ ਛੱਡ ਕੇ ਅਤੇ ਇੱਕ ਘਰ ਦਾ ਕੋਈ ਵੀ ਕੰਮ ਫੜ ਲੈਂਦੀ ਹਾਂ, ਜਿੱਦਾਂ ਡੀਪ ਕਲੀਨਿੰਗ ਜੋ ਵੀ ਹੋਵੇ, ਉਹ ਮੈਂ ਇੱਕ ਕੰਮ ਇਹਨਾਂ ਵਿੱਚੋਂ ਫਿਰ ਇਹਨਾਂ ਦੋਨਾਂ ਨੂੰ ਛੱਡ ਕੇ ਅਤੇ ਇੱਕ ਕੰਮ ਕਰ ਲੈਂਦੀ ਹਾਂ। ਜਿੱਦਾਂ ਇੱਕ ਦਿਨ ਝਾੜੂ ਲਾ ਲਿਆ, ਇੱਕ ਦਿਨ ਪੋਚਾ ਲਾ ਲਿਆ, ਅਤੇ ਇੱਕ ਦਿਨ ਮੈਂ ਕੋਈ ਕਲੀਨਿੰਗ ਕਰ ਲੈਂਦੀ ਹਾਂ। ਉਸ ਤੋਂ ਬਾਅਦ 10:30 ਤੋਂ 11 ਵਜੇ ਤੱਕ ਮੈਂ ਖਾਣਾ ਖਾ ਲੈਂਦੀ ਹਾਂ। ਅਤੇ ਗੁਰਸਾਹਿਬ ਸਾਰੇ ਜਣੇ ਆਪਾਂ ਇਕੱਠੇ ਖਾਣਾ ਖਾ ਲੈਂਦੇ ਹਾਂ। ਅਤੇ ਫਿਰ ਮੈਂ ਬਰਤਨ ਸਾਫ਼ ਕਰ ਲੈਂਦੀ ਹਾਂ। ਉਸ ਤੋਂ ਬਾਅਦ 11 ਤੋਂ 12 ਵਜੇ ਤੱਕ ਗੁਰਸਾਹਿਬ ਦਾ ਮਸਾਜ ਦਾ ਟਾਈਮ ਹੁੰਦਾ ਵਾ, ਉਹਨੂੰ ਮੈਂ ਮਸਾਜ ਕਰ ਦਿੰਦੀ ਹਾਂ। ਮਸਾਜ ਕਰਕੇ ਫਿਰ ਅੱਧੇ ਘੰਟੇ ਬਾਅਦ ਉਹਨੂੰ ਨਵਾ ਦਿੰਦੀ ਹਾਂ ਅਤੇ ਉਸ ਵਕਤ ਉਹਦੇ ਨਾਲ ਥੋੜ੍ਹਾ ਟਾਈਮ ਸਪੈਂਡ ਕਰ ਲੈਂਦੀ ਹਾਂ। ਫਿਰ 12 ਤੋਂ 2 ਵਜੇ ਤੱਕ ਮੈਂ YouTube ਦਾ ਕੰਮ ਕਰਦੀ ਹਾਂ, ਆਪਣਾ ਐਡੀਟਿੰਗ ਕਰਨੀ ਹੋਵੇ ਜਾਂ ਕੋਈ ਵੀਡੀਓ ਸ਼ੂਟ ਕਰਨੀ ਹੋਵੇ ਜਾਂ ਕੋਈ ਮੈਂ ਟੋਪਿਕ ਲੱਭਣਾ ਹੋਏ ਕਿ ਕੀ ਵੀਡੀਓ ਕਿਹੜੇ ਟੋਪਿਕ 'ਤੇ ਬਣਾਉਣੀ ਆ। ਇਸ ਵੇਲੇ ਮੈਂ ਸਾਰਾ ਕੁਛ YouTube ਬਾਰੇ ਹੀ ਸੋਚਦੀ ਹਾਂ, ਸਾਰਾ ਕੁਛ ਉਹਦੇ ਬਾਰੇ ਕਰਦੀ ਹਾਂ। ਉਸ ਤੋਂ ਬਾਅਦ 2 ਵਜੇ ਤੋਂ 4 ਵਜੇ ਤੱਕ ਮੈਂ ਚੰਨਮੀਤ ਨੂੰ ਪੜ੍ਹਾਉਂਦੀ ਹਾਂ, ਕਿਉਂਕਿ ਚੰਨਮੀਤ ਨੂੰ ਛੁੱਟੀ ਦਾ ਟਾਈਮ ਬਦਲਦਾ ਰਹਿੰਦਾ, ਕਦੀ 12 ਵਜੇ ਕਦੀ 1 ਵਜੇ, ਇੱਦਾਂ ਕਰਕੇ ਛੁੱਟੀ ਹੁੰਦੀ ਰਹਿੰਦੀ। ਇਸ ਲਈ ਜਦੋਂ ਉਹ ਸਕੂਲੋਂ ਆਉਂਦਾ ਮੈਂ ਉਹਨੂੰ 1-1.5 ਘੰਟਾ ਖੇਡਣ ਲਈ ਦਿੰਦੀ ਹਾਂ। ਫਿਰ ਮੈਂ ਉਨੀ ਦੇਰ ਆਪਣਾ YouTube ਦਾ ਕੰਮ ਕਰ ਲੈਂਦੀ ਹਾਂ ਅਤੇ ਫਿਰ 2 ਤੋਂ 4 ਮੈਂ ਉਹਨੂੰ ਪੜ੍ਹਾ ਦਿੰਦੀ ਹਾਂ। ਫਿਰ 4 ਤੋਂ ਲੈ ਕੇ 5:30 ਵਜੇ ਤੱਕ ਮੈਂ ਚਾਹ ਬਣਾ ਲੈਂਦੀ ਹਾਂ। ਚਾਹ ਪੀ ਕੇ ਬਰਤਨ ਸਾਫ਼ ਕਰ ਲੈਂਦੀ ਹਾਂ ਅਤੇ ਕੱਪੜੇ ਮੈਂ ਸ਼ਾਮ ਨੂੰ ਧੋਂਦੀ ਹਾਂ। ਉਸ ਤੋਂ ਬਾਅਦ 5:30 ਤੋਂ 6 ਵਜੇ ਤੱਕ ਮੈਂ ਫਿਰ YouTube ਦਾ ਕੰਮ ਕਰਦੀ। YouTube ਦੀ ਵੀਡੀਓ ਐਡੀਟਿੰਗ ਕਰਨੀ ਹੋਵੇ ਜਾਂ ਵੀਡੀਓ ਅਪਲੋਡ ਕਰਨੀ ਹੋਵੇ, ਕੁਛ ਵੀ ਕਰਨਾ ਹੋਵੇ, ਇਸ ਵੇਲੇ ਮੈਂ YouTube ਦਾ ਕੰਮ ਕਰਦੀ ਹਾਂ। YouTube 'ਤੇ ਬਹੁਤ ਟਾਈਮ ਜਾਂਦਾ ਵਾ, ਕਿਉਂਕਿ ਬਹੁਤ ਜ਼ਿਆਦਾ ਕੁਝ ਸੋਚਣਾ ਪੈਂਦਾ ਵਾ, ਇਸ ਲਈ YouTube ਨੂੰ ਜ਼ਿਆਦਾ ਟਾਈਮ ਦੇਣਾ ਪੈਂਦਾ ਫਿਲਹਾਲ। ਅਤੇ ਇਸ ਕਰਕੇ ਮੇਰੇ ਕਈ ਕੰਮ, ਜਿੱਦਾਂ ਮੈਂ ਸੈਰ ਕਰਨੀ, ਐਕਸਰਸਾਈਜ਼ ਕਰਨੀ ਆ, ਇੱਦਾਂ ਦੇ ਕਈ ਕੰਮ ਵਿੱਚੋਂ ਹੁਣ ਛੁੱਟੇ ਹੋਏ ਨੇ, ਉਹ ਮੈਂ ਨਹੀਂ ਕਰ ਪਾਉਂਦੀ। ਫਿਰ 6 ਤੋਂ 7 ਵਜੇ ਤੱਕ ਸ਼ਾਮ ਨੂੰ ਫਿਰ ਅਸੀਂ ਧਾਰ ਕੱਢਣ ਚੱਲ ਜਾਂਦੇ ਹਾਂ, ਮੈਂ ਅਤੇ ਮੰਮਾ ਧਾਰ ਕੱਢਣ ਚੱਲ ਜਾਂਦੇ ਹਾਂ। ਫਿਰ 7 ਤੋਂ 7:30 ਵਜੇ ਤੱਕ ਮੈਂ ਧਾਰ ਕੱਢ ਕੇ ਆਉਂਦੀ ਹਾਂ ਅਤੇ ਮੰਮਾ ਉੱਧਰ ਸਾਹਿਬ ਨੂੰ ਖਿਡਾਉਂਦੇ ਰਹਿੰਦੇ ਅਤੇ ਮੈਂ ਆ ਕੇ ਪਾਠ ਕਰ ਲੈਂਦੀ ਹਾਂ। ਗੁਰਸਾਹਿਬ ਨੇ ਤਾਂ ਪਾਠ ਨਹੀਂ ਕਰਨ ਦਿੰਦਾ, ਇਸ ਲਈ ਮੰਮਾ ਜਦੋਂ ਫੜ ਲੈਂਦੇ ਅਤੇ ਮੈਂ ਪਾਠ ਕਰ ਲੈਂਦੀ ਹਾਂ ਆ ਕੇ। ਉਸ ਤੋਂ ਬਾਅਦ 7:30 ਤੋਂ 8 ਵਜੇ ਤੱਕ ਮੈਂ ਚੰਨਮੀਤ ਦੀ ਯੂਨੀਫਾਰਮ ਪ੍ਰੈਸ ਕਰਦੀ ਹਾਂ ਅਤੇ ਉਹਦੇ ਸਕੂਲ ਦਾ ਬੈਗ ਰੈਡੀ ਕਰਦੀ ਹਾਂ, ਕਿਉਂਕਿ ਉਹਦੀਆਂ ਬੁੱਕਸ ਰੋਜ਼ ਰੂਟੀਨ ਦੇ ਹਿਸਾਬ ਨਾਲ ਭੇਜਣੀਆਂ ਪੈਂਦੀਆਂ ਨੇ, ਇਸ ਕਰਕੇ ਮੈਂ ਉਹਦਾ ਬੈਗ ਰੈਡੀ ਕਰ ਲੈਂਦੀ ਹਾਂ। 8 ਤੋਂ 8:30 ਵਜੇ ਤੱਕ ਅਸੀਂ ਰੋਟੀ ਖਾ ਲੈਂਦੇ ਹਾਂ। ਰੋਟੀ ਖਾ ਕੇ 8:30 ਤੋਂ 9 ਵਜੇ ਤੱਕ ਮੈਂ ਬਰਤਨ ਸਾਫ਼ ਕਰ ਲੈਂਦੀ ਹਾਂ ਅਤੇ ਜੋ ਵੀ ਮੇਰੇ ਛੋਟੇ ਮੋਟੇ ਕੰਮ ਰਾਤ ਨੂੰ ਪਏ ਹੋਣ ਉਹ ਮੈਂ ਕਰ ਲੈਂਦੀ ਹਾਂ। ਜਿੱਦਾਂ ਗੁਰਸਾਹਿਬ ਨੂੰ ਦੁੱਧ ਦੇਣਾ ਵਾ ਜਾਂ ਕਈ ਕੰਮ ਹੁੰਦੇ ਆ ਰਾਤ ਨੂੰ ਸੌਣ ਲੱਗਿਆਂ, ਬਹੁਤ ਸਾਰੇ ਨਿੱਕੇ ਨਿੱਕੇ ਕੰਮ ਹੁੰਦੇ ਆ, ਉਹ ਮੈਂ ਸਾਰੇ ਇਸ ਟਾਈਮ 'ਤੇ ਕਰ ਲੈਂਦੀ ਹਾਂ। ਇਹ ਤਾਂ ਹੋ ਗਈ ਹੈ ਮੇਰੇ ਰੂਟੀਨ ਵਰਕ ਦੀ ਲਿਸਟ। ਹੁਣ ਮੈਂ ਮੰਥ ਵਿੱਚ ਰੋਜ਼ ਇੱਕ ਕੰਮ ਵੰਡਿਆ ਵਾ, ਜਿੱਦਾਂ ਜਾਲੇ ਲਾਉਣੇ ਹੋ ਜਾਣ ਜਾਂ ਬਾਥਰੂਮ ਕਲੀਨ ਕਰਨਾ ਹੋ ਜੇ, ਫਰਿੱਜ ਕਲੀਨ ਕਰਨਾ ਹੋ ਜੇ, ਇੱਕ ਦਿਨ ਮੈਂ ਸਾਰਿਆਂ ਨੂੰ ਦਿੱਤਾ ਵਾ। ਅਤੇ ਜਿੱਦਣ ਮੇਰੇ ਕੋਲ ਨਾ ਹੋਵੇ ਉਦੋਂ ਮੈਂ ਸਕਿਪ ਕਰ ਦਿੰਦੀ, ਉਸ ਤੋਂ ਅਗਲੇ ਦਿਨ ਉਹ ਕੰਮ ਕਰ ਲੈਂਦੀ। ਜਿੱਦਾਂ 15-16 ਕੰਮ ਨੇ ਅਤੇ ਮੰਥ ਵਿੱਚ ਮੈਂ ਉਹ ਰੂਟੀਨ ਵਾਈਜ਼ ਕਰਨੇ ਹੁੰਦੇ ਆ, ਅਤੇ ਉਹ ਵੀ ਮੈਂ ਤੁਹਾਨੂੰ ਲਿਸਟ ਦਿਖਾਉਂਦੀ ਹਾਂ ਕਿ ਮੈਂ ਉਹ ਕਿੱਦਾਂ ਕੰਮ ਆਪਣੇ ਵੰਡੇ ਹੋਏ ਨੇ। ਇਹ ਮੈਂ ਲਿਸਟ ਬਹੁਤ ਦੇਰ ਦੀ ਬਣਾਈ ਹੋਈ ਹੈ, 2-3 ਸਾਲ ਹੋ ਗਏ ਇਸੇ ਲਿਸਟ ਦੇ ਹਿਸਾਬ ਨਾਲ ਮੈਂ ਕੰਮ ਕਰਦੀ ਹਾਂ। ਪਹਿਲਾਂ ਤਾਂ ਮੈਂ ਜਾਲੇ ਲਾਉਂਦੀ ਹਾਂ ਇੱਕ ਦਿਨ, ਉਸ ਤੋਂ ਅਗਲੇ ਸੈਕਿੰਡ ਡੇ 'ਤੇ ਮੈਂ ਬਾਥਰੂਮ ਕਲੀਨ ਕਰਦੀ ਹਾਂ, ਡੀਪ ਕਲੀਨਿੰਗ ਕਰਦੀ ਹਾਂ, ਕਿਉਂਕਿ 1-1.5 ਘੰਟਾ ਲੱਗ ਹੀ ਜਾਂਦਾ ਬਾਥਰੂਮ ਕਲੀਨ ਕਰਨ ਨੂੰ। ਸਾਰੀਆਂ ਟਾਇਲਸ ਉੱਪਰੋਂ ਵਗੈਰਾ ਹਰ ਇੱਕ ਚੀਜ਼ ਕਲੀਨ ਕਰਨੀ ਹੁੰਦੀ ਹੈ। ਅਤੇ ਤੀਜੇ ਦਿਨ ਮੈਂ ਫਰਿੱਜ ਕਲੀਨ ਕਰਦੀ ਹਾਂ। ਚੌਥੇ ਦਿਨ ਮੈਂ ਕਰਦੀ ਹਾਂ ਆਪਣੀਆਂ ਅਲਮੀਰਾਸ ਕਲੀਨ ਕਰਦੀ ਹਾਂ। ਅਲਮਾਰੀਆਂ ਦੇ ਉੱਪਰ ਬਹੁਤ ਜ਼ਿਆਦਾ ਘੱਟਾ ਪੈ ਜਾਂਦਾ ਵਾ ਅਤੇ ਉਹ ਸਾਫ਼ ਕਰਨੀਆਂ ਪੈਂਦੀਆਂ, ਕਿਉਂਕਿ ਸਾਡਾ ਖੇਤਾਂ ਵਿੱਚ ਘਰ ਆ
ਤੇ ਘੱਟਾ ਬਹੁਤ ਜ਼ਿਆਦਾ ਪੈ ਜਾਂਦਾ ਵਾ। ਤੇ ਸਾਡੇ ਜਿਹੜੇ ਪੱਖੇ ਹੁੰਦੇ ਉਹ ਵੀ ਗਰਮੀਆਂ ਵਿੱਚ ਕਿੰਨੇ ਗੰਦੇ, ਸਭ ਦੇ ਗੰਦੇ ਹੋ ਜਾਂਦੇ ਨੇ, ਉਹ ਵੀ ਫੈਨ ਤੇ ਅਲਮੀਰਾਸ ਕਲੀਨ ਕਰ ਲੈਂਦੀ ਹਾਂ। ਫਿਰ 5ਵੇਂ ਦਿਨ ਮੈਂ ਕਿਚਨ ਦੀਆਂ ਸੈਲਫਸ ਕਰ ਲੈਂਦੀ ਹਾਂ, ਸਾਰੀਆਂ ਅਪਰ ਲੋਅਰ ਸਾਰੀਆਂ ਕਿਚਨ ਦੀਆਂ ਸੈਲਫਸ ਕਰਦੀਆਂ ਤੇ ਬਾਕਸਿਸ ਕਰਦੀਆਂ। ਜਿਹੜੇ ਡੱਬੇ ਹੁੰਦੇ ਨੇ ਉਹ ਤਾਂ ਜਦੋਂ ਮੈਂ ਕੋਈ ਸਮਾਨ ਲਿਆਉਂਦੀ ਹਾਂ, ਜਦੋਂ ਖਾਲੀ ਹੁੰਦਾ ਡੱਬਾ ਉਦੋਂ ਧੋ ਕੇ ਹੀ ਪਾਉਂਦੀ ਹਾਂ, ਪਰ ਫਿਰ ਵੀ ਮੈਂ ਇੱਕ ਵਾਰ ਸਾਰੇ ਬਾਕਸ ਕਲੀਨ ਕਰ ਲੈਂਦੀ ਹਾਂ। ਉਸ ਤੋਂ ਬਾਅਦ 6ਵੇਂ ਦਿਨ ਮੈਂ ਬਰਤਨ ਦਾ ਰੈਕ ਜੋ ਹੁੰਦਾ ਜਿੱਥੇ ਆਪਾਂ ਭਾਂਡੇ ਟੰਗਦੇ ਉਹ ਸਾਫ਼ ਕਰਦੀ ਹਾਂ, ਸਿੰਕ ਆਪਣੀ ਸਾਫ਼ ਕਰਦੀ ਹਾਂ, ਤੇ ਵੋਲਸ ਜਿਹੜੀਆਂ ਕਿਚਨ ਦੀਆਂ ਹੁੰਦੀਆਂ ਨੇ ਉਹਨਾਂ 'ਤੇ ਪਲੇਟਾਂ ਲੱਗੀਆਂ ਹੋਈਆਂ ਨੇ ਉਹ ਸਾਫ਼ ਕਰਦੀ ਹਾਂ। ਫਿਰ 7ਵੇਂ ਦਿਨ ਮੈਂ ਆਪਣੀ ਐਕਟਿਵਾ ਸਾਫ਼ ਕਰਦੀ ਹਾਂ। ਤੇ 8ਵੇਂ ਦਿਨ ਰੈਸਟ ਡੇ ਰੱਖਿਆ, ਕਿਉਂਕਿ ਇਹਨਾਂ ਵਿੱਚੋਂ ਕੋਈ ਵੀ ਕੰਮ ਸਕਿਪ ਹੋ ਜੇ ਤਾਂ ਫਿਰ ਮੈਂ 8ਵੇਂ ਦਿਨ ਕਰ ਲੈਂਦੀ ਹਾਂ, ਜਾਂ ਫਿਰ ਮੇਰਾ ਕਿਸੇ ਦਿਨ ਮਨ ਨਾ ਹੋਵੇ ਕੰਮ ਕਰਨ ਦਾ ਇਹਨਾਂ ਵਿੱਚੋਂ ਕੋਈ ਵੀ, ਤਾਂ ਮੈਂ ਉਹ ਸਕਿਪ ਕੀਤਾ ਹੋਇਆ ਦਿਨ, ਉਸ ਦਿਨ ਰੈਸਟ ਡੇ ਰੱਖਿਆ ਹੋਇਆ ਹੈ। ਤੇ ਫਿਰ ਅਗਲੇ ਦਿਨ 9ਵਾਂ ਕੰਮ ਮੇਰਾ ਆ ਜਾਂਦਾ ਵਾ ਵਾਸ਼ ਬੇਸ਼ਨ ਦੀਆਂ ਜਿਹੜੀਆਂ ਵੋਲਸ ਹੈ, ਵਾਸ਼ ਬੇਸ਼ਨ ਜਿੱਥੇ ਸਾਡੀ ਲੱਗੀ ਉੱਥੇ ਵੀ ਪਲੇਟਸ ਲੱਗੀਆਂ ਹੋਈਆਂ ਨੇ ਉਹ ਸਾਫ਼ ਕਰਦੀਆਂ, ਮਿਰਰ ਸਾਫ਼ ਕਰਦੀ, ਸਾਰੇ ਮਿਰਰਸ ਸਾਰੇ ਰੂਮਸ ਜਿਹੜੀਆਂ ਅਲਮਾਰੀਆਂ ਵਗੈਰਾ ਜੋ ਵੀ ਮਿਰਰਸ ਆ, ਦਰਵਾਜ਼ਿਆਂ ਦੇ ਜਿਹੜੇ ਸ਼ੀਸ਼ੇ ਲੱਗੇ ਆ ਸਭ ਸਾਫ਼ ਉਦਣ ਕਰਦੀਆਂ। ਫਿਰ ਅਗਲੇ 10ਵੇਂ ਦਿਨ ਮੈਂ ਸ਼ੋਕੇਸ ਸਾਫ਼ ਕਰਦੀ ਹਾਂ। ਆਪਣਾ ਸ਼ੋਕੇਸ ਕੱਚ ਦਾ ਬਣਿਆ ਹੋਇਆ ਹੈ ਤੇ ਉਹਨੂੰ ਵੀ ਬਹੁਤ ਜ਼ਿਆਦਾ ਟਾਈਮ ਜਾਂਦਾ ਹੈ, ਉਹ ਸਾਫ਼ ਕਰਦੀ ਹਾਂ। ਤੇ ਫੋਟੋਸ ਜੋ ਵੀ ਸਾਰੇ ਰੂਮਸ ਦੀਆਂ ਫੋਟੋਸ ਸਾਫ਼ ਕਰਦੀ ਹਾਂ। ਫਿਰ ਮੈਂ ਜਿਹੜੀ ਸਾਡੀ ਪੌੜੀਆਂ ਦੀ ਗਰਿੱਲ ਆ ਉਹਨੂੰ ਸਾਫ਼ ਕਰਦੀ 11ਵੇਂ ਦਿਨ ਨੂੰ। ਤੇ ਫਿਰ ਉਸ ਤੋਂ ਅਗਲੇ ਦਿਨ ਮੈਂ ਸਾਰੇ ਘਰ ਦੇ ਦਰਵਾਜ਼ੇ ਸਾਫ਼ ਕਰਦੀ ਹਾਂ ਤੇ ਓਵਨ ਸਾਫ਼ ਕਰਦੀ ਹਾਂ। ਫਿਰ ਅਗਲੇ ਦਿਨ ਮੈਂ ਡਰਾਇੰਗ ਰੂਮ ਦੀਆਂ ਸਾਰੀਆਂ ਚੀਜ਼ਾਂ ਜਿੱਦਾਂ ਟੇਬਲ ਸਾਫ਼ ਕਰਨਾ ਹੋ ਗਿਆ, ਟੇਬਲ ਕਵਰ, ਫੋਟੋਸ, ਸੋਫਾ ਕਵਰ ਸਾਰੇ ਧੋਂਦੀ ਹਾਂ, ਇਹ ਸਾਰਾ ਕੁਛ ਉਸ ਦਿਨ ਸਾਫ਼ ਕਰਨੀ ਹੈ। ਤੁਹਾਨੂੰ ਪਤਾ ਹੀ ਹੈ ਕਿ ਸਾਡੇ ਡਰਾਇੰਗ ਰੂਮ ਵਿੱਚ ਬਾਬਾ ਜੀ ਦੀ ਫੋਟੋ ਵੀ ਲੱਗੀ ਹੋਈ ਹੈ, ਫਿਰ ਉੱਥੋਂ ਦੀ ਸਾਰੀ ਸਫਾਈ ਮੈਂ ਉਸ ਦਿਨ ਹੀ ਕਰਦੀ ਹਾਂ। ਫਿਰ 14ਵੇਂ ਦਿਨ ਮੈਂ ਅਲਮੀਰਾ ਦੇ ਡਰੋਰ ਕਰਦੀ ਹਾਂ, ਆਪਣੀ ਜਿਹੜੀ ਅਲਮੀਰਾ ਵਾ ਮੇਰੇ ਰੂਮ ਵਾਲੀ ਉਹਦੇ ਸਾਰੇ ਡਰੋਰ ਸਾਫ਼ ਕਰਦੀ ਹਾਂ, ਕੋਈ ਕੱਪੜੇ ਖਿਲਰੇ ਹੋਣ ਜਾਂ ਕੋਈ ਜੋ ਵੀ ਛੋਟਾ ਮੋਟਾ ਸਮਾਨ ਪਿਆ ਹੁੰਦਾ ਵਾ ਉਹ ਸਾਰਾ ਕੁਛ ਮੈਂ ਸਾਫ਼ ਕਰਦੀ ਹਾਂ। ਫਿਰ 15ਵੇਂ ਦਿਨ ਮੈਂ ਅਲਮੀਰਾ ਦੇ ਡਰੋਰ ਜਿਹੜੇ ਲੋਬੀ ਵਿੱਚ ਨੇ ਉਹ ਸਾਫ਼ ਕਰਦੀ ਹਾਂ। ਤੇ ਫਿਰ ਹਰ ਇੱਕ ਸੈਟਰਡੇ ਮੈਂ ਆਪਣੇ ਵਾਲਾਂ ਨੂੰ ਆਇਲਿੰਗ ਕਰਦੀ ਹਾਂ, ਕਿਉਂਕਿ ਮੈਂ ਆਪਣਾ ਜਦੋਂ ਵਾਲ ਧੋਂਦੀ ਹਾਂ ਤਾਂ ਸੈਟਰਡੇ ਨੂੰ ਆਇਲਿੰਗ ਕਰਦੀ ਹਾਂ ਅਤੇ ਸੰਡੇ ਨੂੰ ਮੈਂ ਧੋ ਲੈਂਦੀ ਹਾਂ। ਫਿਰ ਮੈਂ ਫਸਟ ਜਿੱਦਾਂ ਮਹੀਨੇ ਦਾ ਪਹਿਲਾ ਐਤਵਾਰ ਆ ਉਦੋਂ ਮੈਂ ਟਾਵਲਸ ਧੋਂਦੀ ਹਾਂ, ਸੈਕਿੰਡ ਐਤਵਾਰ ਮੈਂ ਬੈੱਡਸ਼ੀਟ ਧੋਂਦੀ ਹਾਂ, ਥਰਡ ਐਤਵਾਰ ਫਿਰ ਮੈਂ ਟਾਵਲਸ, ਫੋਰਥ ਐਤਵਾਰ ਫਿਰ ਮੈਂ ਬੈੱਡਸ਼ੀਟਸ ਧੋਂਦੀ ਹਾਂ। ਇਸ ਤਰੀਕੇ ਨਾਲ ਮੈਂ ਆਪਣਾ ਸਾਰਾ ਘਰ ਦਾ ਕੰਮ ਮੈਨੇਜ ਕਰਦੀ ਹਾਂ। ਬਾਕੀ ਗੁਰਸਾਹਿਬ ਦੇ ਖਾਣੇ ਪੀਣੇ ਦੀ ਚਾਨਮੀ ਦੇ ਉਹ ਸਾਰੀ ਰੂਟੀਨ ਮੈਂ ਅਲੱਗ ਬਣਾਈ ਹੋਈ ਹੈ ਕਿ ਉਹਨਾਂ ਨੂੰ ਕਿਹੜੇ ਟਾਈਮ 'ਤੇ ਕੀ ਦੇਣਾ, ਕਿਹੜੇ ਟਾਈਮ 'ਤੇ ਕੀ ਦੇਣਾ ਵਾ, ਉਸ ਹਿਸਾਬ ਨਾਲ ਮੈਂ ਉਹਨਾਂ ਨੂੰ ਸਾਰਾ ਕੁਛ ਉਸ ਟਾਈਮ ਦੇ ਹਿਸਾਬ ਨਾਲ ਦਿੰਦੀ ਹਾਂ। ਅਤੇ ਜਿਹੜੀ ਚਾਨਮੀ ਦੇ ਟਿਫਨ 'ਚ ਜੋ ਮੈਂ ਉਹਨੂੰ ਰੈਸਪੀਸ ਦਿੰਦੀ ਹਾਂ ਉਹ ਵੀ ਮੈਂ ਤੁਹਾਨੂੰ ਕਿਸੇ ਅਲੱਗ ਵੀਡੀਓ 'ਚ ਸ਼ੇਅਰ ਕਰਾਂਗੀ। ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਏਗੀ ਫਿਰ ਮੈਂ ਸ਼ੇਅਰ ਕਰਾਂਗੀ, ਨਹੀਂ ਤਾਂ ਫਿਰ ਮਨ ਨਹੀਂ ਕਰਦਾ ਇੱਦਾਂ ਸ਼ੇਅਰ ਕਰਨ ਨੂੰ, ਕਿਸੇ ਨੂੰ ਪਸੰਦ ਨਾ ਆਵੇ। ਤੇ ਜੇ ਤੁਹਾਡੇ ਕਮੈਂਟਸ ਹੋਣਗੇ ਤੁਹਾਨੂੰ ਪਸੰਦ ਆਊਗਾ ਫਿਰ ਮੈਂ ਉਹਦੇ ਟਿਫਨ ਦੀ ਵੀ ਰੂਟੀਨ ਨੂੰ ਸ਼ੇਅਰ ਕਰੂੰਗੀ ਕਿ ਮੈਂ ਕਿਸ ਦਿਨ ਉਹਨੂੰ ਕੀ ਦਿੰਦੀ, ਕਿਸ ਦਿਨ ਉਹਨੂੰ ਕੀ ਚੀਜ਼ ਦਿੰਦੀ ਹਾਂ। ਇਸ ਲਈ ਬਾਏ ਫਰੈਂਡਸ, ਹੁਣ ਆਪਾਂ ਅਗਲੀ ਵੀਡੀਓ ਵਿੱਚ ਮਿਲਾਂਗੇ। ਤੇ ਤੁਸੀਂ ਸਬਸਕ੍ਰਾਈਬ ਕਰਨਾ ਚੈਨਲ ਨੂੰ ਅਤੇ ਮੈਨੂੰ ਸਪੋਰਟ ਕਰੋ ਵੱਧ ਤੋਂ ਵੱਧ। ਜਿਹੜੀ ਤੁਹਾਨੂੰ ਮੇਰੇ 'ਚ ਕਮੀ ਲੱਗਦੀ ਹੈ ਤੁਸੀਂ ਉਹ ਵੀ ਦੱਸੋ, ਜਿਹੜੀਆਂ ਤੁਹਾਨੂੰ ਵੀਡੀਓਜ਼ ਨਹੀਂ ਪਸੰਦ ਆਉਂਦੀਆਂ ਮੈਨੂੰ ਉਹ ਵੀ ਦੱਸੋ, ਜਿਹੜੇ ਟੌਪਿਕਸ 'ਤੇ ਜ਼ਿਆਦਾ ਪਸੰਦ ਆ ਰਹੀਆਂ ਵੀਡੀਓਜ਼ ਮੈਨੂੰ ਉਹ ਦੱਸੋ, ਮੈਂ ਉਸ ਤਰ੍ਹਾਂ ਦੇ ਤੁਹਾਡੇ ਹਿਸਾਬ ਨਾਲ ਹੀ ਵੀਡੀਓਜ਼ ਲੈ ਕੇ ਆਵਾਂਗੀ। ਓਕੇ ਬਾਏ ਫਰੈਂਡਸ।